वाहिगुरु जी का खालसा वाहिगुरु जी की फतेह। गुरु प्यारी गुरु सवारी साध संगत, आप जी शाम ਦੀ ਆਨਲਾਈਨ ਗੁਰਮਤਿ ਕਲਾਸ ਦੇ ਵਿੱਚ ਜੁੜ ਚੁੱਕੇ ਹੋ। ਲੜੀਵਾਰ ਸੰਥਿਆ ਰਾਗ ਗੌੜੀ ਦੇ ਅੰਦਰ ਚੱਲ ਰਹੀ ਹੈ। ਪੰਜਵੇਂ ਪਾਤਸ਼ਾਹ ਜੀ ਦੇ 30 ਸ਼ਬਦ ਆਪਾਂ ਕਰ ਚੁੱਕੇ ਹਾਂ। 31ਵੇਂ ਸ਼ਬਦ ਤੋਂ ਅੱਜ ਆਰੰਭਤਾ ਕਰਨੀ ਹੈ। ਸੋ ਆਓ ਆਪ ਜਿੰਨੇ ਵੀ ਗੁਰਮੁਖ ਪਿਆਰੇ ਜੁੜੇ ਹੋ, ਸਾਰੀ ਸੰਗਤ ਦਾ ਧੰਨਵਾਦ। ਆਓ ਆਪਾਂ ਆਰੰਭਤਾ ਕਰੀਏ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਗੌੜੀ ਗੁਆਰੇ ਰੀ ਮਹੱਲਾ ਪੰਜਵਾ। ਹਮ ਧਨਵੰਤ ਭਾਗਟ ਸਚ ਨਾਏ, ਹਰ ਗੁਣ ਗਾਏ ਸਹਿਜ ਸੁਭਾਏ ਰਹਾਉ। ਹਮ ਧਨਵੰਤ, ਸਤਿਗੁਰੂ ਜੀ ਕਹਿੰਦੇ ਅਸੀਂ ਧਨ ਵਾਲੇ ਹਾਂ, ਧਨਾੜ ਹਾਂ, ਅਮੀਰ ਹਾਂ, ਭਾਗਟ ਭਾਗਾਂ ਵਾਲੇ ਹਾਂ। ਕਾਹਦਾ ਕਰਕੇ? ਸੱਚ ਨਾਏ, ਸੱਚ ਨਾਮ ਦਾ ਕਰਕੇ, ਪ੍ਰਭੂ ਵਾਹਿਗੁਰੂ ਦਾ ਨਾਮ ਜਪਣ ਕਰਕੇ ਅਸੀਂ ਭਾਗਾਂ ਵਾਲੇ ਹਾਂ ਤੇ ਅਮੀਰ ਹਾਂ, ਧਨ ਵਾਲੇ ਹਾਂ। ਹਰ ਗੁਣ ਗਾਵੇ ਸਹਿਜ ਸੁਭਾਏ, ਅਸੀਂ ਸਹਿਜ ਸੁਭਾਅ ਹਰੀ ਦੇ ਗੁਣ ਗਾਉਂਦੇ ਹਾਂ। ਆਤਮਿਕ ਅਡੋਲਤਾ ਟਿਕ ਕੇ ਉਸ ਵਾਹਿਗੁਰੂ ਦੇ ਗੁਣ ਗਾਉਂਦੇ, ਉਹਨੂੰ ਯਾਦ ਕਰਦੇ ਹਾਂ। ਰਹਾਓ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਕਹਿੰਦੇ, ਪੀਊ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾ ਮੇਰੇ ਮਨ ਪਿਆ ਨਿਧਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਸਤਿਗੁਰੂ ਜੀ ਕਹਿੰਦੇ, ਜਦੋਂ ਮੈਂ ਪੀਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਜਦੋਂ ਮੈਂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨਾਂ ਦੀ ਬਾਣੀ ਦਾ ਖਜ਼ਾਨਾ ਖੋਲ ਕੇ ਵੇਖਿਆ। ਪੀਊ ਭਾਵ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾਦਾ, ਧੰਨ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਇਹਨਾਂ ਸਾਰਿਆਂ ਦਾ ਸਤਿਗੁਰੂ ਕਹਿੰਦੇ ਮੈਂ ਖਜ਼ਾਨਾ ਖੋਲ ਕੇ ਵੇਖਿਆ, ਗੁਰਬਾਣੀ ਪੜ੍ਹੀ, ਤਾਂ ਮੇਰੇ ਮਨ ਭਇਆ ਨਿਧਾਨਾ। ਉਦੋਂ ਮੇਰੇ ਮਨ ਦੇ ਵਿੱਚ ਆਤਮਿਕ ਆਨੰਦ ਦਾ ਭੰਡਾਰ ਭਰ ਗਿਆ, ਖਜ਼ਾਨਾ ਭਰ ਗਿਆ। ਆਤਮਿਕ ਆਨੰਦ ਪ੍ਰਾਪਤ ਹੋ ਗਿਆ ਜਦੋਂ ਮੈਂ ਪਿਓ ਦਾਦੇ ਦਾ ਖਜ਼ਾਨਾ ਖੋਲ ਕੇ ਵੇਖਿਆ, ਗੁਰਬਾਣੀ ਜਿਹੜੀ ਵੇਖੀ। ਰਤਨ ਲਾਲ ਜਾਕਾ ਕਛੂ ਨਾ ਮੋਲ, ਇਹ ਜਿਹੜੀ ਬਾਣੀ ਹੈ ਇਹਦਾ ਕੋਈ ਮੁੱਲ ਨਹੀਂ ਪਾ ਸਕਦਾ, ਅਮੋਲਕ ਹੈ। ਰਤਨ ਲਾਲ, ਲਾਲ ਰਤਨ ਭਾਵ ਇਹ ਜਿਹੜੀ ਗੁਰਬਾਣੀ ਹੈ ਇਹ ਰਤਨਾ ਵਰਗੀ ਹੈ, ਇਹਦਾ ਕੋਈ ਮੁੱਲ ਨਹੀਂ ਹੈ। ਜਾਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਸਤਿਗੁਰੂ ਜੀ ਕਹਿੰਦੇ ਭਾਈ ਇਹ ਭਰੇ ਪਏ ਹਨ ਭੰਡਾਰੇ ਬਾਣੀ ਦੇ, ਅਖੂਟ ਭਾਵ ਨਾ ਮੁੱਕਣ ਵਾਲੇ, ਅਤੋਲ ਨਾ ਤੋਲੇ ਜਾਣ ਵਾਲੇ। ਸਤਿਗੁਰੂ ਕਹਿੰਦੇ ਬਾਣੀ ਐਸੀ ਹੈ ਭਾਈ ਜਿਹੜੀ ਰਤਨਾ ਵਰਗੀ ਹੈ, ਇਹਦਾ ਕੋਈ ਮੁੱਲ ਨਹੀਂ ਪਾ ਸਕਦਾ। ਇਸ ਗੁਰਬਾਣੀ ਦੇ ਭੰਡਾਰ ਭਰੇ ਹਨ, ਅਖੁੱਟ ਹਨ, ਅਤੋਲ ਹਨ, ਜਿੰਨਾ ਮਰਜ਼ੀ ਕੋਈ ਵਰਤੇ ਇਹ ਖਤਮ ਨਹੀਂ ਹੁੰਦਾ। ਗੁਰਬਾਣੀ ਜਿੰਨੀ ਮਰਜ਼ੀ ਕੋਈ ਪੜ੍ਹੀ ਜਾਵੇ, ਜਿੰਨੀ ਮਰਜ਼ੀ ਵਿਚਾਰ ਕਰੀ ਜਾਵੇ, ਕੀਰਤਨ ਕਰੀ ਜਾਵੇ, ਬਾਣੀ ਕਦੀ ਖਤਮ ਨਹੀਂ ਹੁੰਦੀ। ਖਾਵਹਿ ਖਰਚੈ ਰਲ ਮਿਲ ਭਾਈ, ਟੋਟ ਨ ਆਵੈ ਵਧ ਦੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੈ ਲਿਆ ਰਲਾਏ। ਖਾਵਹਿ ਖਰਚੈ ਰਲ ਮਿਲ ਭਾਈ। ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਮਨੁੱਖ ਸਤ ਸੰਗਤ ਦੇ ਵਿੱਚ ਇਕੱਠੇ ਹੋ ਕੇ ਇਹਨਾਂ ਭੰਡਾਰਿਆਂ ਨੂੰ ਵਰਤਦੇ ਆ, ਰਲ ਮਿਲ ਕੇ ਖਾਂਦੇ ਆ, ਤੋੜ ਨਾ ਆਵੇ ਵੱਧ ਹੋ ਜਾਏ। ਤੇ ਇਸ ਨਾਮ ਦੇ ਖਜ਼ਾਨੇ ਦੀ, ਇਸ ਬਾਣੀ ਦੇ ਖਜ਼ਾਨੇ ਦੀ ਕਦੀ ਤੋੜ ਨਹੀਂ ਆਉਂਦੀ, ਸਗੋਂ ਵੱਧਦਾ ਹੀ ਜਾਂਦਾ, ਵੱਧਦਾ ਜਾਂਦਾ, ਇਹਦੀ ਕਦੀ ਤੋੜ ਨਹੀਂ ਆਉਂਦੀ, ਇਹਦੀ ਕਦੀ ਕਮੀ ਨਹੀਂ ਆਉਂਦੀ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ। ਸਤਿਗੁਰੂ ਕਹਿੰਦੇ ਭਾਈ ਜਿਨ੍ਹਾਂ ਦੇ ਮਸਤਕ ਤੇ ਲੇਖ ਲਿਖੇ ਉਸ ਵਾਹਿਗੁਰੂ ਨੇ, ਜਿਨ੍ਹਾਂ ਦੇ ਭਾਗਾਂ ਦੇ ਵਿੱਚ ਬਖਸ਼ਿਸ਼ ਹੋਈ ਬਾਣੀ ਪੜ੍ਹਨ ਦੀ, ਸੋ ਇਹ ਤੇ ਖਜ਼ਾਨੇ ਲਿਆ ਰਲਾਏ। ਮਹਾਰਾਜ ਕਹਿੰਦੇ ਉਹਨਾਂ ਨੂੰ ਸਤਿਗੁਰੂ ਨੇ ਰਹਿਮਤ ਕਰਕੇ, ਵਾਹਿਗੁਰੂ ਨੇ ਇਸ ਖਜ਼ਾਨੇ ਦਾ ਭਾਈਵਾਲ ਬਣਾਤਾ, ਭਾਵੇਂ ਖਜ਼ਾਨਾ ਉਹਨਾਂ ਨੂੰ ਬਖਸ਼ਿਸ਼ ਹੋ ਗਿਆ। ਉਹ ਵੀ ਫਿਰ ਬਾਣੀ ਪੜ੍ਹਨ ਲੱਗ ਪਏ, ਬਾਣੀ ਜਪਣ ਲੱਗ ਗਏ। ਗੌੜੀ ਮਹੱਲਾ ਪੰਜਵਾ।
डर डर मरते जब जानिए दूर, डर चुका देखिया भरपूर। सतगुर अपने को बलिहारै, छोड़ न जाई सर पर तारै रहाओ। ਡਰ ਡਰ ਮਰਤੇ ਤਾਂ ਜਪ ਜਾਨੀਐ ਦੂਰ। ਸਤਿਗੁਰੂ ਕਹਿੰਦੇ ਜਿੰਨਾ ਚਿਰ ਇਹ ਸਮਝਦੇ ਆ ਕਿ ਵਾਹਿਗੁਰੂ ਦੂਰ ਹੈ ਕਿਤੇ ਵਸਦਾ ਹੈ, ਉਹਨਾਂ ਚਿਰ ਸਹਿਮ ਨਹੀਂ ਜਾਂਦਾ, ਉਹਨਾਂ ਚਿਰ ਜੀਵਨ ਚੋਂ ਡਰ ਨਹੀਂ ਜਾਂਦਾ। ਮਨੁੱਖ ਆਤਮਿਕ ਮੌਤ ਸਹਾਰਦੇ ਰਹਿੰਦੇ ਆ, ਡਰਦੇ ਰਹਿੰਦੇ, ਮਰਦੇ ਰਹਿੰਦੇ ਆ, ਜਿੰਨਾ ਚਿਰ ਉਹ ਬਾਣੀ ਨੂੰ, ਗੁਰੂ ਨੂੰ, ਪਰਮੇਸ਼ਰ ਨੂੰ, ਵਾਹਿਗੁਰੂ ਨੂੰ ਨੇੜੇ ਕਰਕੇ ਨਹੀਂ ਜਾਣਦੇ। ਡਰ ਚੁੱਕਾ ਦੇਖਿਆ ਭਰਪੂਰ। ਮਾਰੇ ਕਹਿੰਦੇ ਫਿਰ ਮਨੁੱਖ ਦਾ ਡਰ ਖਤਮ ਹੋ ਜਾਂਦਾ ਹੈ, ਨਾਸ਼ ਹੋ ਜਾਂਦਾ ਹੈ। ਉਹ ਵਾਹਿਗੁਰੂ ਜਦੋਂ ਹਰ ਜਗ੍ਹਾ ਤੇ ਪਰਿਪੂਰਨ ਦਿਖਦਾ, ਹਰ ਜਗ੍ਹਾ ਤੇ ਜਦੋਂ ਦਿਖਦਾ ਹੈ, ਫਿਰ ਸੰਸਾਰ ਦਾ ਡਰ ਖਤਮ ਹੋ ਜਾਂਦਾ। ਸਤਿਗੁਰ ਆਪਣੇ ਕੋ ਬਲਿਹਾਰੇ। ਮਹਾਰਾਜ ਕਹਿੰਦੇ ਮੈਂ ਆਪਣੇ ਗੁਰੂ ਤੋਂ ਭਾਈ ਕੁਰਬਾਨ ਜਾਨਾ, ਬਲਿਹਾਰਨੇ ਜਾਨਾ, ਛੋੜ ਨਾ ਜਾਈ ਸਰ ਪਰ ਤਾਰੈ ਰਹਾਉ। ਮਹਾਰਾਜ ਕਹਿੰਦੇ ਭਾਈ ਸਤਿਗੁਰੂ ਐਸਾ ਹੈ ਜਿਹੜਾ ਛੱਡ ਕੇ ਨਹੀਂ ਜਾਂਦਾ, ਇਸ ਸੰਸਾਰ ਸਮੁੰਦਰ ਦੇ ਵਿੱਚ ਛੱਡ ਕੇ ਨਹੀਂ ਜਾਂਦਾ। ਸਰ ਪਰ ਤਾਰੈ, ਸਰ ਪਰ ਦਾ ਅਰਥ ਹੁੰਦਾ ਜ਼ਰੂਰ, ਉਹ ਜ਼ਰੂਰ ਪਾਰ ਲੰਘਾਉਂਦਾ ਹੈ। ਬਾਂਹ ਨਹੀਂ ਛੱਡਦਾ। ਗੁਰੂ ਐਸੀ ਰਹਿਮਤ ਹੈ ਗੁਰੂ ਦੀ, ਜਿਹੜਾ ਗੁਰੂ ਦੀ ਬਾਂਹ ਫੜਦਾ ਹੈ, ਗੁਰੂ ਤੋਂ ਕੁਰਬਾਨ ਜਾਣਾ ਚਾਹੀਦਾ ਹੈ। ਜਿਹੜਾ ਗੁਰੂ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰਦਾ ਹੈ ਤੇ ਬਾਂਹ ਨਹੀਂ ਛੱਡਦਾ, ਜ਼ਰੂਰ ਪਾਰ ਲੰਘਾਉਂਦਾ ਹੈ। ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਬਖਸ਼ਿਸ਼ ਕਰਦੇ ਆ। ਦੁਖ ਰੋਗ ਬਿਸਰੈ ਜਬ ਨਾਮ, ਸਦਾ ਆਨੰਦ ਜਾਂ ਹਰ ਗੁਣ ਗਾਮ। ਬੁਰਾ ਭਲਾ ਕੋਈ ਨਾ ਕਹੀਜੈ, ਛੋੜਨ ਮਾਨ ਹਰਿ ਸ਼ਰਨ ਗਈਜੈ। ਕਉ ਨਾਨਕ ਗੁਰ ਮੰਤਰ ਚਿਤਾਰ, ਸੁਖ ਪਾਵਹਿ ਸਾਚੈ ਦਰਬਾਰ। ਦੁਖ ਰੋਗ ਸੋਗ ਬਿਸਰੈ ਜਬ ਨਾਮ। ਮਹਾਰਾਜ ਕਹਿੰਦੇ ਭਾਈ ਦੁੱਖ ਰੋਗ ਚਿੰਤਾ ਫਿਕਰ ਉਦੋਂ ਤੱਕ ਹੈ ਜਦੋਂ ਤੱਕ ਮਨੁੱਖ ਨੂੰ ਨਾਮ ਭੁੱਲ ਜਾਂਦਾ ਹੈ। ਜਦੋਂ ਤੱਕ ਵਾਹਿਗੁਰੂ ਭੁੱਲ ਜਾਂਦਾ ਹੈ, ਉਦੋਂ ਤੱਕ ਹੀ ਮਨੁੱਖ ਨੂੰ ਦੁੱਖ ਹੈ, ਰੋਗ ਹੈ, ਸੋਗ ਹੈ। ਸਦਾ ਆਨੰਦ ਜਾਂ ਹਰ ਗੁਣ ਗਾਮ। ਸਤਿਗੁਰੂ ਕਹਿੰਦੇ ਭਾਈ ਜਦੋਂ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਈਏ, ਉਦੋਂ ਤੱਕ ਹੀ ਮਨ ਦੇ ਵਿੱਚ ਸਦਾ ਆਨੰਦ ਬਣਿਆ ਰਹਿੰਦਾ, ਜਦੋਂ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਆ। ਬੁਰਾ ਭਲਾ ਕੋਈ ਨਾ ਕਹੀਜੈ। ਸਤਿਗੁਰੂ ਕਹਿੰਦੇ ਨਾ ਭਾਈ ਕਿਸੇ ਦੀ ਨਿੰਦਾ ਕਰਨੀ ਚਾਹੀਏ ਤੇ ਨਾ ਕਿਸੇ ਦੀ ਖੁਸ਼ਾਮਦ ਕਰਨੀ ਚਾਹੀਦੀ, ਕਿਸੇ ਨੂੰ ਬੁਰਾ ਭਲਾ ਨਹੀਂ ਕਹਿਣਾ ਚਾਹੀਦਾ। ਛੋੜ ਮਾਨ ਹਰ ਚਰਨ ਗੀਜੈ। ਹੰਕਾਰ ਛੱਡ ਕੇ ਵਾਹਿਗੁਰੂ ਦੇ ਚਰਨਾਂ ਦਾ ਓਟ ਆਸਰਾ ਲੈਣਾ ਚਾਹੀਦਾ। ਚਰਨ ਗੀਜੈ, ਵਾਹਿਗੁਰੂ ਦੇ ਚਰਨਾਂ 'ਚ ਪੈਣਾ ਚਾਹੀਦਾ ਹੈ, ਫੜਨੇ ਚਾਹੀਦੇ ਉਸ ਪਰਮੇਸ਼ਰ ਦੇ ਚਰਨ। ਗੀਜੈ ਦਾ ਅਰਥ ਹੁੰਦਾ ਫੜਨਾ। ਕਹੋ ਨਾਨਕ ਗੁਰ ਮੰਤਰ ਚਿਤਾਰ। ਸਤਿਗੁਰ ਕਹਿੰਦੇ ਭਾਈ ਗੁਰੂ ਦੁਆਰਾ ਦਿੱਤਾ ਹੋਇਆ ਮੰਤਰ ਚਿਤਾਰੋ, ਬਾਣੀ ਪੜਿਆ ਕਰੋ, ਬੰਦਗੀ ਕਰੋ, ਵਾਹਿਗੁਰੂ ਸਿਮਰਨ ਕਰਿਆ ਕਰੋ, ਮੰਤਰ ਗੁਰੂ ਦਾ ਦਿੱਤਾ। ਸੁਖ ਭਾਵੈ ਸਾਚੈ ਦਰਬਾਰ। ਸਤਿਗੁਰੂ ਕਹਿੰਦੇ ਫਿਰ ਭਾਈ ਸੁਖ ਪ੍ਰਾਪਤ ਹੋ ਜਾਣਗੇ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ। ਫਿਰ ਤੂੰ ਆਨੰਦ ਮਾਣੇਗਾ ਜੇ ਤੂੰ ਉਸ ਵਾਹਿਗੁਰੂ ਨੂੰ ਯਾਦ ਕਰੇ। ਗੌੜੀ ਮਹੱਲਾ ਪੰਜਵਾ। ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾ ਕੀ ਕਮੀਆਂ। ਜਾ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਦੁਖ ਦਰਦ ਭ੍ਰਮਤਾ ਕਾ ਭਾਗੀ। ਰਹਾਉ। ਜਾ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾ ਕੀ ਕਮੀਆਂ। ਮਹਾਰਾਜ ਕਹਿੰਦੇ ਜਿਸ ਮਨੁੱਖ ਦਾ ਯਕੀਨ ਵਾਹਿਗੁਰੂ ਤੇ ਬਣ ਜਾਵੇ, ਉਹ ਸੱਜਣ ਤੇ ਮਿੱਤਰ ਤੇ ਬਣ ਜਾਵੇ। ਸਮੀਆਂ ਦਾ ਅਰਥ ਹੈ ਸਮਾਨ, ਭਾਵ ਵਿਆਪਕ ਹੈ। ਉਹ ਵਾਹਿਗੁਰੂ ਜਿਹੜਾ ਹਰ ਜਗ੍ਹਾ ਵਿਆਪਕ ਹੈ, ਉਹ ਜਦੋਂ ਮਿੱਤਰ ਬਣ ਜਾਵੇ, ਸੱਜਣ ਬਣ ਜਾਵੇ, ਉਸ ਮਨੁੱਖ ਨੂੰ ਕਿਸ ਤਰ੍ਹਾਂ ਦੀ ਕੋਈ ਕਮੀ ਹੋ ਸਕਦੀ ਹੈ। ਔਰ ਤਿਸ ਜਨ ਕੋ ਕਹੋ ਕਾ ਕੀ ਕਮੀਆਂ। ਮਹਾਰਾਜ ਕਹਿੰਦੇ ਉਹਨੂੰ ਕੋਈ ਥੋੜ ਨਹੀਂ ਹੋ ਸਕਦੀ, ਉਹਨੂੰ ਕੋਈ ਕਮੀ ਨਹੀਂ ਹੋ ਸਕਦੀ ਜਿਹਦਾ ਮਿੱਤਰ ਵਾਹਿਗੁਰੂ ਬਣ ਜਾਏ। ਜਾ ਕੀ ਪ੍ਰੀਤ ਗੋਬਿੰਦ ਸਿਉ ਲਾਗੀ। ਸਤਿਗੁਰੂ ਕਹਿੰਦੇ ਭਾਈ ਜਿਸ ਮਨੁੱਖ ਦਾ ਪਿਆਰ
ਪਰਮਾਤਮਾ ਦੇ ਨਾਲ ਬਣ ਜਾਂਦਾ ਹੈ। ਗੋਬਿੰਦ ਦੇ ਨਾਲ, ਵਾਹਿਗੁਰੂ ਦੇ ਨਾਲ ਬਣ ਜਾਂਦਾ ਹੈ। ਦੁੱਖ ਦਰਦ ਭਰਮ ਤਾਂ ਕਾ ਭਾਗੀ, ਉਹਦਾ ਦੁੱਖ ਦਰਦ ਭਰਮ ਨਾਸ਼ ਹੋ ਜਾਂਦਾ ਹੈ, ਭੱਜ ਜਾਂਦੇ ਆ। ਰਹਾਉ ਜਾ ਕੋ ਹਰ ਰਸ ਹੈ ਆਇਓ, ਜਾ ਕੋ ਹਰ ਰਸ ਹੈ ਆਇਓ, ਸੋ ਅਨ ਰਸ ਨਾਹੀ ਲਪਟਾਇਓ। ਜਾ ਕਾ ਕਹਿਆ ਦਰਗਹਿ ਚੱਲੈ, ਸੋ ਕਿਸ ਕੋ ਨਦਰ ਲੈ ਆਵੈ ਤਲੈ। ਜਾ ਕਾ ਸਭ ਕਿਛ ਤਾ ਕਾ ਹੋਏ, ਨਾਨਕ ਤਾ ਕੋ ਸਦਾ ਸੁਖ ਹੋਵੇ। ਜਾ ਕੋ ਰਸ ਹਰ ਰਸ ਹੈ ਆਇਓ। ਮਹਾਰਾਜ ਕਹਿੰਦੇ ਜਿਸ ਮਨੁੱਖ ਨੂੰ ਭਾਈ ਪਰਮਾਤਮਾ ਦੇ ਨਾਮ ਦਾ ਆਨੰਦ ਆ ਜਾਂਦਾ ਹੈ, ਰਸ ਆ ਜਾਂਦਾ ਹੈ, ਸੋ ਅਨ ਰਸ ਨਾਹੀ ਲਪਟਾਇਓ। ਸਤਿਗੁਰ ਕਹਿੰਦੇ ਭਾਈ ਉਹ ਫਿਰ ਮਨੁੱਖ ਦੁਨੀਆ ਦੇ ਹੋਰ ਰਸਾਂ ਦੇ ਵਿੱਚ, ਹੋਰ ਸਵਾਦਾਂ ਦੇ ਵਿੱਚ ਨਹੀਂ ਲੱਗਦਾ। ਸੋ ਅਨ ਰਸ ਹੋਰ ਰਸਾਂ ਦੇ ਵਿੱਚ ਨਹੀਂ ਲਪਟਾਇਓ, ਲਪਟਾਉਂਦਾ ਨਹੀਂ, ਚਿੰਬੜਦਾ ਨਹੀਂ ਹੋਰ ਰਸਾਂ ਦੇ ਵਿੱਚ। ਜਾ ਕਾ ਕਹਿਆ ਦਰਗਹਿ ਚੱਲੈ। ਸਤਿਗੁਰੂ ਕਹਿੰਦੇ ਜਿਸ ਮਨੁੱਖ ਦਾ ਬੋਲਿਆ ਬੋਲ ਪਰਮਾਤਮਾ ਦੀ ਹਜ਼ੂਰੀ ਚ ਮੰਨਿਆ ਜਾਂਦਾ ਹੈ, ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦਾ ਹੈ, ਸੋ ਕਿਸ ਕੋ ਨਦਰ ਲੈ ਆਵੈ ਤਲੈ। ਸਤਿਗੁਰੂ ਕਹਿੰਦੇ ਆ ਉਸਨੂੰ ਕਿਸੇ ਦੀ ਮੁਥਾਜਗੀ ਦੀ ਲੋੜ ਨਹੀਂ ਰਹਿ ਜਾਂਦੀ, ਉਹ ਕਿਸੇ ਦੇ ਥੱਲੇ ਨਹੀਂ ਫਿਰ ਲੱਗ ਕੇ ਰਹਿੰਦਾ। ਤੱਲੇ ਨਹੀਂ ਪੜਨਾ, ਇਹਨੂੰ ਤਲੈ ਪੜਨਾ। ਤਲੈ, ਤਲੈ ਭਾਵ ਥੱਲੇ। ਜੋ ਸੋ ਕਿਸ ਕੋ ਨਦਰ ਲੈ ਆਵੈ ਤਲੈ। ਮਹਾਰਾਜ ਕਹਿੰਦੇ ਉਹ ਫਿਰ ਕਿਸੇ ਦੀ ਮੁਥਾਜਗੀ ਨਹੀਂ ਕਰਦਾ, ਕਿਸੇ ਦੇ ਹੇਠਾਂ ਨਹੀਂ ਰਹਿੰਦਾ। ਜਾ ਕੋ ਸਭ ਕਿਛ ਜਾ ਕਾ ਸਭ ਕਿਛ ਤਾਕਾ ਹੋਏ। ਮਹਾਰਾਜ ਕਹਿੰਦੇ ਭਾਈ ਜਿਸ ਪਰਮਾਤਮਾ ਦਾ ਰਚਿਆ ਹੋਇਆ ਸਾਰਾ ਸੰਸਾਰ ਹੈ, ਜਿਹੜਾ ਮਨੁੱਖ ਸੇਵਕ ਉਸ ਪਰਮਾਤਮਾ ਦਾ ਸੇਵਕ ਬਣ ਜਾਂਦਾ। ਜਾ ਕਾ ਸਭ ਕਿਛ ਤਾਕਾ ਹੋਏ, ਜਿਹਦਾ ਸਾਰਾ ਕੁਛ ਹੈ ਜਿਹੜਾ ਉਹਦਾ ਬਣ ਜਾਂਦਾ ਹੈ, ਨਾਨਕ ਤਾ ਕੋ ਸਦਾ ਸੁਖ ਹੋਏ। ਭਾਈ ਉਹਨੂੰ ਸਦਾ ਸੁਖ ਹੋ ਜਾਂਦਾ, ਉਹ ਜੀਵਨ ਚ ਸੁੱਖ ਪ੍ਰਾਪਤ ਕਰ ਲੈਂਦਾ ਹੈ, ਜਿਹੜਾ ਵਾਹਿਗੁਰੂ ਦੇ ਨਾਲ ਪ੍ਰੇਮ ਪਾ ਲੈਂਦਾ। ਗੌੜੀ ਮਹੱਲਾ ਪੰਜਵਾ। ਜਾ ਕੈ ਦੁਖ ਸੁਖ ਸਮ ਕਰ ਜਾਪੈ, ਤਾ ਕੋ ਕਾੜਾ ਕਹਾਂ ਬਿਆਪੈ। ਸਹਿਜ ਆਨੰਦ ਹਰ ਸਾਧੂ ਮਾਹੇ, ਆਗਿਆਕਾਰੀ ਹਰ ਹਰ ਰਾਏ ਰਹਾਉ। ਜਾ ਕੈ ਦੁੱਖ ਸੁੱਖ ਸਮ ਕਰ ਜਾਪੈ। ਮਹਾਰਾਜ ਕਹਿੰਦੇ ਭਾਈ ਜਿਸ ਮਨੁੱਖ ਦੇ ਹਿਰਦੇ ਚ ਹਰੇਕ ਤਰ੍ਹਾਂ ਦਾ ਦੁੱਖ ਸੁੱਖ ਜਿਹਨੂੰ ਇੱਕੋ ਜਿਹਾ ਪ੍ਰਤੀਤ ਹੁੰਦਾ ਹੈ, ਸਮ ਬਰਾਬਰ, ਜਿਹੜਾ ਦੁੱਖ ਤੇ ਸੁੱਖ ਨੂੰ ਬਰਾਬਰ ਕਰਕੇ ਜਾਣਦਾ ਹੈ, ਤਾਂ ਕੋ ਕਾੜਾ ਕਹਾਂ ਵਿਆਪੈ। ਮਹਾਰਾਜ ਕਹਿੰਦੇ ਫਿਰ ਇਹਨੂੰ ਕਾਹਦੀ ਚਿੰਤਾ। ਕਾੜਾ ਦਾ ਅਰਥ ਝੋਰਾ ਚਿੰਤਾ, ਵਿਆਪੈ ਨਹੀਂ ਵਿਆਪਦੀ ਉਹਨੂੰ ਚਿੰਤਾ। ਕਿੱਥੋਂ ਵਿਆਪੇਗੀ ਚਿੰਤਾ ਜਿਹੜਾ ਦੁੱਖ ਸੁੱਖ ਨੂੰ ਇੱਕ ਬਰਾਬਰ ਸਮਝਦਾ ਹੋਵੇ। ਸਹਿਜ ਆਨੰਦ ਹਰ ਸਾਧੂ ਮਾਹੇ। ਸਤਿਗੁਰੂ ਕਹਿੰਦੇ ਭਾਈ ਪਰਮਾਤਮਾ ਦੇ ਜਿਹੜੇ ਭਗਤ ਆ, ਉਹਨਾਂ ਦੇ ਹਿਰਦੇ ਦੇ ਵਿੱਚ ਉਹਨਾਂ ਦੀ ਆਤਮਿਕ ਡੋਲਤਾ ਬਣੀ ਰਹਿੰਦੀ ਹੈ, ਸਹਿਜ ਆਨੰਦ ਚ ਰਹਿੰਦੇ ਆ। ਹਰ ਸਾਧੂ ਮਾਹੇ। ਮਹਾਰਾਜ ਕਹਿੰਦੇ ਉਹ ਜਿਹੜੇ ਸਾਧੂ ਪਰਮਾਤਮਾ ਦੇ ਭਗਤ ਆ, ਉਹ ਸਹਿਜ ਆਨੰਦ ਦੇ ਵਿੱਚ ਰਹਿੰਦੇ ਆ ਹਰ ਵੇਲੇ। ਆਗਿਆਕਾਰੀ ਹਰ ਹਰ ਰਾਏ। ਉਹ ਹਰੀ ਪ੍ਰਭੂ ਦੇ ਆਗਿਆ ਦੇ ਵਿੱਚ ਤੁਰਦੇ ਆ, ਉਹਦੇ ਆਗਿਆਕਾਰੀ ਹੁੰਦੇ ਵਾਹਿਗੁਰੂ ਦੇ। ਉਹ ਹਰੀ ਵਾਹਿਗੁਰੂ ਦੇ ਆਗਿਆ ਦੇ ਵਿੱਚ ਹੀ ਚੱਲਦੇ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਬਖਸ਼ਿਸ਼ ਕਰਦੇ। ਜਾ ਕੇ ਅਚਿੰਤ ਵਸੈ ਮਨ ਆਏ, ਤਾਕੋ ਚਿੰਤਾ ਕਤਹੁ ਨਾਹੀ। ਜਾ ਕੈ ਬਿਨਸਿਓ ਮਨ ਤੇ ਭਰਮਾ, ਤਾਕੇ ਕਛੂ ਨਾਹੀ ਡਰ ਜਮਾ। ਜਾ ਕੈ ਹਿਰਦੈ ਦੀਓ ਗੁਰ ਨਾਮਾ, ਕਹੁ ਨਾਨਕ ਤਾਕੈ ਸਗਲ ਨਿਧਾਨਾ। ਜਾ ਕੇ ਅਚਿੰਤ ਵਸੈ ਮਨ ਮਾਹੀ। ਸਤਿਗੁਰੂ ਜੀ ਕਹਿੰਦੇ ਭਾਈ ਜਿਨ੍ਹਾਂ ਦੇ ਉਹ ਅਚਿੰਤ ਪ੍ਰਭੂ ਵਾਹਿਗੁਰੂ ਆਣ ਕੇ ਮਨ ਚ ਵਸ ਜਾਂਦਾ ਹੈ, ਤਾਂ ਕੋ ਚਿੰਤਾ ਕਤਹੁ ਨਾਹੀ। ਉਹਨੂੰ ਫਿਰ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ ਹੁੰਦੀ। ਜਾ ਕੈ ਬਿਨਸਿਓ ਮਨ ਤੇ ਭਰਮਾ। ਜਿਸ ਮਨੁੱਖ ਦੇ ਮਨ ਤੋਂ ਭਰਮ ਨਾਸ਼ ਹੋ ਜਾਂਦੇ, ਦੁਬਿਧਾ ਦੂਰ ਹੋ ਜਾਂਦੀ ਹੈ, ਤਾਂ ਕੈ ਕਛੂ ਨਾਹੀ ਡਰ ਜਮਾ। ਉਹਨੂੰ ਫਿਰ ਕਿਸੇ ਪ੍ਰਕਾਰ ਮੌਤ ਦਾ ਜਮ ਦਾ ਡਰ ਨਹੀਂ ਲੱਗਦਾ। ਜਾਂ ਕੈ ਹਿਰਦੈ ਦੀਓ ਗੁਰਨਾਮਾ। ਜਿਸ ਮਨੁੱਖ ਦੇ ਹਿਰਦੇ ਚ ਗੁਰੂ ਨਾਮ ਦੇ ਦਿੰਦਾ ਹੈ, ਕਹੁ ਨਾਨਕ ਤਾਕੈ ਸਗਲ ਨਿਧਾਨਾ। ਸਤਿਗੁਰ ਕਹਿੰਦੇ ਭਾਈ
ਉਹ ਫਿਰ ਸਾਰੇ ਤਰ੍ਹਾਂ ਦੇ ਖਜ਼ਾਨੇ ਪਾ ਲੈਂਦਾ ਹੈ। ਕਹੋ ਨਾਨਕ ਤਾਕੈ ਸਗਲ ਨਿਧਾਨਾ, ਨਿਧਾਨਾ ਖਜ਼ਾਨੇ, ਹਰ ਤਰ੍ਹਾਂ ਦੇ ਖਜ਼ਾਨੇ, ਪ੍ਰਭੂ ਦੇ ਨਾਮ ਦਾ ਖਜ਼ਾਨਾ ਉਹਨੂੰ ਮਿਲ ਜਾਂਦਾ। ਗੌੜੀ ਮਹੱਲਾ ਪੰਜਵਾਂ। ਅਗਮ ਰੂਪ ਜਾ ਮਨ ਮੈਂ ਥਾਨਾ, ਗੁਰ ਪ੍ਰਸਾਦ ਕਿਨੈ ਵਿਰਲੈ ਜਾਨਾ। ਸਹਿਜ ਕਥਾ ਕੇ ਅੰਮ੍ਰਿਤ ਕੁੰਟਾ, ਜਿਸੈ ਪਰਾਪਤ ਤਿਸ ਲੈ ਪੁੰਚਾ। ਰਹਾਉ ਅਨਹਤ ਬਾਣੀ ਥਾਨ ਨਿਰਾਲਾ, ਤਾਂ ਕੀ ਧੁਨ ਮੋਹੇ ਗੋਪਾਲਾ। ਸਹਿਜ ਤੈ ਸਹਿਜ ਅਖਾਰੇ ਅਨੇਕ ਅਨੰਤਾ, ਪਾਰ ਬ੍ਰਹਮ ਕੇ ਸੰਗੀ ਸੰਤਾ। ਹਰਿਖ ਅਨੰਤ ਸੋਗ ਨਹੀਂ ਬੀਆ, ਸੋ ਕਰ ਗੁਰ ਨਾਨਕ ਕਉ ਦੀਆ। ਅਗਮ ਰੂਪ ਕਾ ਮਨ ਮੈਂ ਥਾਨਾ। ਸਤਿਗੁਰ ਕਹਿੰਦੇ ਭਾਈ ਜਿਹੜਾ ਮਨੁੱਖ ਉਸ ਅਗੰਮ ਵਾਹਿਗੁਰੂ ਜਿਹੜਾ ਹੈ, ਅਪਹੁੰਚ ਵਾਹਿਗੁਰੂ ਹੈ, ਉਹਦਾ ਰੂਪ ਮਨ ਦੇ ਵਿੱਚ ਥਾਨ ਭਾਵ ਕਰ ਜਾਂਦਾ ਹੈ। ਮਨ ਚ ਜਿਹਦਾ ਉਸ ਵਾਹਿਗੁਰੂ ਦਾ ਨਿਵਾਸ ਹੋ ਜਾਂਦਾ ਹੈ, ਅਪਹੁੰਚ ਪ੍ਰਭੂ ਦਾ ਮਨ ਚ ਸਥਾਨ ਹੋ ਜਾਂਦਾ ਹੈ, ਉਹਦਾ ਰੂਪ ਮਨ ਚ ਪ੍ਰਗਟ ਹੋ ਜਾਂਦਾ ਹੈ। ਗੁਰ ਪ੍ਰਸਾਦ ਕਿੰਨੇ ਵਿਰਲੇ ਜਾਨਾ। ਮਹਾਰਾਜ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਕੋਈ ਵਿਰਲਾ ਹੀ ਉਹਦੇ ਨਾਲ ਸਾਂਝ ਪਾਉਂਦਾ, ਕੋਈ ਵਿਰਲਾ ਹੀ ਮਨ ਚ ਉਸ ਪ੍ਰਭੂ ਦਾ ਥਾਨ ਕਰਦਾ, ਜਿਹੜਾ ਅਗਮ ਹੈ, ਜਿਹੜਾ ਅਪਹੁੰਚ ਹੈ। ਸਹਿਜ ਕਥਾ ਕੇ ਅੰਮ੍ਰਿਤ ਕੁੰਟਾ। ਸਤਿਗੁਰ ਕਹਿੰਦੇ ਭਾਈ ਉਹ ਫਿਰ ਸਹਿਜ ਅਵਸਥਾ ਚ ਕਥਾ ਸਰਵਣ ਕਰਦਾ। ਸਹਿਜ ਕਥਾ, ਪਰਮੇਸ਼ਰ ਦੀ ਸਹਿਜ ਕਥਾ ਕੇ ਅੰਮ੍ਰਿਤ ਕੁੰਟਾ, ਅੰਮ੍ਰਿਤ ਕੁੰਟ ਦੇ ਵਿੱਚ ਸਹਿਜ ਕਥਾ ਦੇ ਵਿੱਚ ਜੁੜ ਜਾਂਦਾ ਹੈ। ਜਿਸੇ ਪ੍ਰਾਪਤ ਤਿਸਲੈ ਪੁੰਚਾ। ਮਹਾਰਾਜ ਕਹਿੰਦੇ ਭਾਈ ਜਿਹਨੂੰ ਪ੍ਰਾਪਤ ਹੋ ਜਾਂਦੀ ਹੈ ਸਹਿਜ ਕਥਾ ਅੰਮ੍ਰਿਤ ਕੁੰਟ, ਤਿਸਲੈ ਪੁੰਚਾ, ਉਹਨੂੰ ਲੈ ਕੇ ਤੇ ਪੁੰਚ ਪਚਾ ਲੈਂਦਾ ਹੈ, ਭਾਵ ਨਾਮ ਜਪ ਕੇ ਜੀਵਨ ਸਵਾਰ ਲੈਂਦਾ ਹੈ ਉਹ ਮਨੁੱਖ। ਰਹਾਉ ਅਨਹਤ ਬਾਣੀ ਥਾਨ ਨਿਰਾਲਾ। ਸਤਿਗੁਰੂ ਕਹਿੰਦੇ ਭਾਈ ਉਹ ਵਾਹਿਗੁਰੂ ਜਿਹੜੀ ਬਾਣੀ ਹੈ ਉਹ ਨਾਹਤ ਹੈ, ਅਨਹਤ। ਉਹ ਵਾਹਿਗੁਰੂ ਦੀ ਜਿਹੜੀ ਬਾਣੀ ਹੈ, ਉਹ ਪਰਮੇਸ਼ਰ ਦੀ ਜਿਹੜੀ ਬਾਣੀ ਹੈ, ਇੱਕ ਰਸ ਹੈ। ਅਨਹਤ ਭਾਵ ਇੱਕ ਰਸ ਹੈ ਬਾਣੀ, ਥਾਨ ਨਿਰਾਲਾ। ਸਤਿਗੁਰ ਕਹਿੰਦੇ ਭਾਈ ਇਹ ਇੱਕ ਰਸ ਬਾਣੀ, ਇਹ ਵਾਹਿਗੁਰੂ ਦੀ ਥਾਨ ਨਿਰਾਲਾ, ਉਹੀ ਇਹ ਸਿਫਤ ਸਲਾਹ ਦੀ ਬਾਣੀ ਪਰਮਾਤਮਾ ਦੀ ਬਰਕਤ ਦੇ ਨਾਲ ਜਿਸ ਥਾਂ ਤੇ ਵਸਦੀ ਹੈ ਉਹ ਨਿਰਾਲਾ ਹੋ ਜਾਂਦਾ ਹੈ, ਭਾਵ ਹਿਰਦਾ ਸ਼ੁੱਧ ਹੋ ਜਾਂਦਾ ਹੈ। ਜਾ ਕੀ ਧੁਨ ਮੋਹੇ ਗੋਪਾਲਾ। ਸਤਿਗੁਰੂ ਜੀ ਕਹਿੰਦੇ ਭਾਈ ਉਸ ਵਾਹਿਗੁਰੂ ਦੀ ਧੁਨ ਨਾਲ, ਉਸ ਪਰਮੇਸ਼ਰ ਦੀ ਅਕਾਲ ਪੁਰਖ ਦੀ ਧੁਨ ਦੇ ਨਾਲ ਮੋਹੇ ਗੋਪਾਲਾ। ਸਤਿਗੁਰੂ ਕਹਿੰਦੇ ਭਾਈ ਉਹ ਗੋਪਾਲ ਜਿਹੜਾ ਹੈ ਪ੍ਰਭੂ ਉਹ ਮੋਹ ਲੈਂਦਾ ਹੈ ਫਿਰ ਮਨੁੱਖ ਨੂੰ। ਤੈ ਸਹਿਜ ਖਾਰੇ ਅਨੇਕ ਅਨੰਤਾ। ਮਹਾਰਾਜ ਕਹਿੰਦੇ ਭਾਈ ਉੱਥੇ ਆਤਮਿਕ ਡੋਲਤਾ ਦੇ ਅਨੇਕ ਤੇ ਬੇਅੰਤ ਅਖਾੜੇ ਹਨ ਜਿੱਥੇ ਗੁਰਮੁਖ ਪਿਆਰਾ ਟਿਕ ਜਾਂਦਾ ਹੈ। ਪਾਰ ਬ੍ਰਹਮ ਕੇ ਸੰਤੀ ਸੰਤਾ। ਮਹਾਰਾਜ ਕਹਿੰਦੇ ਪਾਰ ਬ੍ਰਹਮ ਵਾਹਿਗੁਰੂ ਦੇ ਸੰਗੀ ਸਾਥੀ ਜਿਹੜੇ ਆ, ਸੰਤ ਜਨ ਜਿਹੜੇ ਹਨ, ਗੁਰਮੁਖ ਪਿਆਰੇ ਜਿਹੜੇ ਆ, ਉਹ ਵਾਹਿਗੁਰੂ ਚ ਜੁੜ ਜਾਂਦੇ ਆ। ਹਰਖ ਅਨੰਤ ਸੋਗ ਨਹੀਂ ਬੀਆ। ਉਸ ਜਗ੍ਹਾ ਦੇ ਉੱਤੇ ਮਨੁੱਖ ਨੂੰ ਕਿਸੇ ਪ੍ਰਕਾਰ ਦਾ ਕੋਈ ਹਰਖ, ਕੋਈ ਦੁੱਖ, ਕੋਈ ਸੋਗ ਨਹੀਂ ਹੁੰਦਾ, ਕੋਈ ਖੁਸ਼ੀ ਗਮੀ ਨਹੀਂ ਹੁੰਦੀ। ਸੋ ਘਰ ਗੁਰੂ ਨਾਨਕ ਕੋ ਦੀਆ। ਸਤਿਗੁਰ ਕਹਿੰਦੇ ਉਹ ਘਰ ਜਿਹੜਾ ਹੈ ਭਾਈ ਉਸ ਮਨੁੱਖ ਨੂੰ ਪ੍ਰਾਪਤ ਹੋ ਜਾਂਦਾ ਹੈ ਗੁਰੂ ਨਾਨਕ ਦੀ ਕਿਰਪਾ ਦੇ ਨਾਲ। ਉਹ ਉਸ ਜਗ੍ਹਾ ਦੇ ਉੱਤੇ ਪਹੁੰਚ ਜਾਂਦਾ ਹੈ, ਉਹ ਗੁਰਮੁਖ ਪਿਆਰਾ ਨਾਮ ਜਪ ਕੇ। ਗੌੜੀ ਮਹੱਲਾ ਪੰਜਵਾਂ। ਕਵਣ ਰੂਪ ਤੇਰਾ ਆਰਾਧੋ, ਕਵਣ ਜੋਗ ਕਾਇਆ ਲੈ ਸਾਧੋ। ਕਵਣ ਗੁਣ ਜੋ ਤੁਝ ਲੈ ਗਾਵੋ, ਕਵਣ ਬੋਲ ਪਾਰ ਬ੍ਰਹਮ ਰਿਝਾਵੋ। ਰਹਾਉ ਕਵਣ ਰੂਪ ਤੇਰਾ ਆਰਾਧੋ। ਇਹ ਵਾਹਿਗੁਰੂ ਜੀ ਤੇਰਾ ਕਿਹੜਾ ਰੂਪ ਹੈ ਜਿਹਦੀ ਮੈਂ ਆਰਾਧਨਾ ਕਰਾਂ। ਕਵਣ ਜੋਗ ਲੈ ਕਾਇਆ ਸਾਧੂ। ਉਹ ਕਿਹੜਾ ਯੋਗ ਹੈ, ਕਿਹੜਾ ਢੰਗ ਹੈ, ਕਿਹੜਾ ਤਰੀਕਾ ਜਿਹਦੇ ਨਾਲ ਮੈਂ ਕਾਇਆ ਨੂੰ ਸਾਧ ਲਵਾਂ, ਕਾਇਆ ਸਰੀਰ ਨੂੰ ਪਵਿੱਤਰ ਕਰ ਲਵਾਂ, ਉਹ ਕਿਹੜਾ ਢੰਗ ਹੈ। ਕਵਣ ਗੁਣ ਜੋ ਤੁਝ ਲੈ ਗਾਵਾਂ। ਉਹ ਕਿਹੜਾ ਗੁਣ, ਕਿਹੜਾ ਤਰੀਕਾ ਹੈ ਜਿਹਦੇ ਨਾਲ ਤੈਨੂੰ ਮੈਂ ਗਾਇਨ ਕਰਾਂ, ਤੈਨੂੰ ਯਾਦ ਕਰਾਂ। ਕਵਣ ਬੋਲ ਪਾਰ ਬ੍ਰਹਮ ਰਿਝਾਉ। ਉਹ ਕਿਹੜਾ ਤਰੀਕਾ ਹੈ ਜਿਹਦੇ ਨਾਲ ਪਾਰ ਬ੍ਰਹਮ ਜੀ ਤੁਹਾਨੂੰ ਰਿਝਾ ਲਵਾਂ, ਤੁਹਾਨੂੰ
ਰਿਝਾ ਲਵਾਂ, ਤੁਹਾਨੂੰ ਆਪਣੇ ਵੱਸ ਕਰ ਲਵਾਂ, ਤੁਸੀਂ ਮੇਰੇ ਤੇ ਪ੍ਰਸੰਨ ਹੋ ਜਾਓ। ਕਿਹੜਾ ਤਰੀਕਾ ਹੈ, ਕਿਹੜਾ ਤਰੀਕਾ ਵਰਤਾਂ ਤੁਹਾਨੂੰ ਪ੍ਰਸੰਨ ਕਰਨ ਵਾਸਤੇ। ਰਹਾਉ ਵਿਸ਼ਰਾਮ ਦੇ ਕੇ ਮਾਰੇ ਕਹਿੰਦੇ, ਕਵਨ ਸੁਪੂਜਾ ਤੇਰੀ ਕਰਉ, ਕਵਨ ਸੁਬਿਦ ਜਿਤ ਭਵ ਜਲ ਤਰਉ, ਕਵਨ ਤਪ ਜਿਤ ਤਪਿਆ ਹੋਏ, ਕਵਨ ਸੋ ਨਾਮ ਹਉਮੈ ਮਲ ਖੋਏ। ਕਵਨ ਸੋ ਪੂਜਾ ਤੇਰੀ ਕਰਾਂ, ਤੇਰੀ ਕਿਹੜੀ ਪੂਜਾ ਕਰਾਂ ਵਾਹਿਗੁਰੂ ਜਿਹਦੇ ਨਾਲ ਤੂੰ ਮੇਰਾ ਹੋ ਜਾਵੇਂ। ਕਵਨ ਸੋ ਵਿਦ ਜਿਤ ਭਵ ਜਲ ਤਰਉ, ਉਹ ਕਿਹੜਾ ਤਰੀਕਾ ਹੈ ਜਿਸ ਤਰੀਕੇ ਦੇ ਨਾਲ ਇਹ ਸੰਸਾਰ ਭਵਜਲ ਨੂੰ ਤਰ ਜਾਵਾਂ, ਮੈਂ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਵਾਂ। ਕਵਨ ਤਪ ਜਿਤ ਤਪੀਆ ਹੋਏ, ਉਹ ਕਿਹੜਾ ਤਪ ਹੈ ਜਿਹਨੂੰ ਕਰਕੇ ਮੈਂ ਤਪੀਆ ਖਵਾਵਾਂ। ਕਵਨ ਸੋ ਨਾਮ ਹਉਮੈ ਮਲ ਖੋਏ, ਕਿਹੜਾ ਨਾਮ ਹੈ ਜਿਹਨੂੰ ਜਪ ਕੇ ਮੈਂ ਹਉਮੈ ਨੂੰ ਨਾਸ਼ ਕਰ ਦੇਵਾਂ, ਹਉਮੈ ਮੇਰੇ ਜੀਵਨ ਚੋਂ ਚਲੀ ਜਾਵੇ। ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ, ਜਿਸ ਕਰ ਕਿਰਪਾ ਸਤਿਗੁਰ ਮਿਲੈ ਦਇਆਲ। ਤਿਸਹੀ ਗੁਣ ਤਿਨਹੀ ਪ੍ਰਭ ਜਾਤਾ, ਜਿਸਹੀ ਮਾਨ ਲੈ ਸੁਖ ਦਾਤਾ ਰਹਾਉ ਦੂਜਾ। ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ। ਸਤਿਗੁਰ ਕਹਿੰਦੇ ਭਾਈ ਗੁਣ ਗ੍ਰਹਿਣ ਕਰਕੇ ਉਹਦੀ ਪੂਜਾ ਕੀਤੀ ਜਾਂਦੀ ਹੈ ਵਾਹਿਗੁਰੂ ਦੀ, ਤੇ ਗਿਆਨ ਧਿਆਨ ਉਹਦੇ ਤੋਂ ਪ੍ਰਾਪਤ ਹੁੰਦਾ ਹੈ, ਗਿਆਨ ਪ੍ਰਾਪਤ ਹੁੰਦਾ ਹੈ। ਤੇ ਸਗਲ ਘਾਲ, ਸਤਿਗੁਰ ਕਹਿੰਦੇ ਇਹ ਸਾਰੀ ਘਾਲ ਜਿਹੜੀ ਹੈ ਉਹ ਗਿਆਨ ਧਿਆਨ 'ਚ ਹੀ ਆ ਜਾਂਦੀ ਹੈ, ਗੁਣ ਇਕੱਠੇ ਕਰਨ 'ਚ ਆ ਜਾਂਦੀ ਹੈ। ਕਰ ਕਿਰਪਾ ਸਤਿਗੁਰ ਮਿਲੇ ਦਿਆਲ, ਜਦੋਂ ਵਾਹਿਗੁਰੂ ਕਿਰਪਾ ਕਰਦਾ, ਜਿਨ੍ਹਾਂ ਨੂੰ ਸਤਿਗੁਰੂ ਮਿਲਦਾ ਹੈ ਉਹਨਾਂ ਨੂੰ ਮਾਰੇ ਕਹਿੰਦੇ ਪਰਮੇਸ਼ਰ ਵਾਹਿਗੁਰੂ ਮਿਲਦਾ ਹੈ। ਉੱਪਰ ਮਾਰ ਨੇ ਸਵਾਲ ਕਹੇ ਆ, ਇੱਥੇ ਹੁਣ ਉੱਤਰ ਦਿੱਤਾ, ਕਰ ਕਿਰਪਾ ਸਤਿਗੁਰ ਮਿਲੇ ਦਿਆਲ। ਜਿਨ੍ਹਾਂ ਦੇ ਉੱਤੇ ਕਿਰਪਾ ਰਹਿਮਤ ਹੁੰਦੀ ਹੈ ਉਹਨਾਂ ਨੂੰ ਸਤਿਗੁਰੂ ਮਿਲਦਾ ਹੈ। ਤਿਸਹੀ ਗੁਣ ਤਿਨਹੀ ਪ੍ਰਭ ਜਾਤਾ, ਮਹਾਰਾਜ ਕਹਿੰਦੇ ਭਾਈ ਉਹਦੇ ਵਿੱਚ ਹੀ ਗੁਣ ਆਉਂਦੇ ਆ, ਜਿਹਦੇ ਵਿੱਚ ਗੁਣ ਆਉਂਦੇ ਆ ਉਹੀ ਪ੍ਰਭੂ ਨੂੰ ਜਾਣਦਾ ਹੈ। ਜਿਸ ਕੀ ਮਾਨ ਲੈ ਸੁਖ ਦਾਤਾ, ਸਤਿਗੁਰ ਕਹਿੰਦੇ ਭਾਈ ਜਿਹੜਾ ਸੁੱਖਾਂ ਦੇ ਦਾਤੇ ਦੀ ਮੰਨ ਲੈਂਦਾ ਉਹਦੇ ਜੀਵਨ 'ਚ ਸੁੱਖ ਆ ਜਾਂਦਾ। ਰਹਾਉ ਦੂਜਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ। ਗੌੜੀ ਮਹੱਲਾ ਪੰਜਵਾਂ। ਆਪਨ ਤਨ ਨਹੀਂ ਕਾਕੋ ਗਰਬਾ, ਰਾਜ ਮਿਲਕ ਨਹੀਂ ਆਪਨ ਦਰਬਾ, ਆਪਨ ਨਹੀਂ ਕਾਕੋ ਲਪਟਾਇਓ, ਆਪਨ ਨਾਮ ਸਤਿਗੁਰ ਤੇ ਪਾਇਓ ਰਹਾਉ। ਆਪਨ ਤਨ ਨਹੀਂ ਜਾਕੋ ਗਰਬਾ, ਸਤਿਗੁਰ ਕਹਿੰਦੇ ਜਿਹਨੂੰ ਆਪਣੇ ਤਨ ਦਾ ਗਰਭ ਨਹੀਂ, ਹੰਕਾਰ ਨਹੀਂ ਹੈ। ਰਾਜ ਮਿਲਖ ਨਹੀਂ ਆਪਨ ਦਰਬਾ, ਮਹਾਰਾਜ ਕਹਿੰਦੇ ਨਾ ਉਹਨੂੰ ਆਪਣੇ ਰਾਜ ਦਾ, ਨਾ ਉੱਚੀ ਪਦਵੀ ਦਾ, ਨਾ ਹੀ ਦਰਬ ਦਾ ਹੰਕਾਰ ਹੈ। ਦਰਬ ਮਾਇਆ ਦਾ ਹੰਕਾਰ। ਆਪਨ ਨਹੀਂ ਕਾਕੋ ਲਪਟਾਇਓ, ਸਤਿਗੁਰ ਕਹਿੰਦੇ ਆ ਜਿਹਨੂੰ ਆਪਣੀ ਜ਼ਮੀਨ ਦਾ, ਆਪਣੇ ਧਨ ਦਾ ਕਿਸੇ ਪ੍ਰਕਾਰ ਦਾ ਕੋਈ ਮੋਹ ਨਹੀਂ ਹੈ, ਭਾਵ ਆਪਣੇ ਨਹੀਂ ਹੈ ਸਦਾ ਲਈ, ਆਪਣ ਤਨ ਨਹੀਂ ਜਾਕੋ ਗਰਭਾ। ਸਤਿਗੁਰ ਕਹਿੰਦੇ ਆ ਭਾਈ ਆਪਣ ਨਹੀਂ ਕਾਕੋ ਲਪਟਾਇਓ, ਜਦੋਂ ਇਹ ਆਪਣਾ ਨਹੀਂ ਹੈ ਤੇ ਮਨੁੱਖ ਦੇ ਨਾਲ ਕਿਉਂ ਲਪਟਾਇਆ, ਕਿਉਂ ਉਹਦੇ ਨਾਲ ਜੁੜਿਆ ਰਵੇ ਜਦੋਂ ਇਹ ਆਪਣਾ ਹੀ ਨਹੀਂ ਹੈ। ਆਪਣ ਨਾਮ ਸਤਿਗੁਰ ਤੇ ਪਾਏ, ਆਪਣਾ ਇੱਕ ਨਾਮ ਹੈ ਜਿਹੜਾ ਸਤਿਗੁਰੂ ਤੋਂ ਪ੍ਰਾਪਤ ਹੁੰਦਾ। ਨਾਮ ਆਪਣਾ ਹੈ ਜਿਹੜਾ ਸਤਿਗੁਰੂ ਪਾਸੋਂ ਪ੍ਰਾਪਤ ਹੁੰਦਾ ਹੈ। ਰਹਾਉ ਵਿਸ਼ਰਾਮ ਦੇ ਕੇ ਸਤਿਗੁਰੂ ਰਹਿਮਤ ਕਰਦੇ ਨੇ। ਸੁਤ ਬਣਤਾ ਆਪਣ ਨਹੀਂ ਪਾਈ, ਇਸ਼ਟਮੀਤ ਆਪ ਬਾਪ ਨ ਮਾਈ, ਸੋਇਨਾ ਰੂਪਾ ਫੁਨ ਨਹੀਂ ਦਾਮ, ਹੈਵਰ ਗੈਵਰ ਆਪਣ ਨਹੀਂ ਕਾਮ, ਕਹੋ ਨਾਨਕ ਜੋ ਗੁਰ ਬਖਸ਼ ਮਿਲਾਇਆ, ਤਿਸ ਕਾ ਸਭ ਕਿਛ ਜਿਸ ਕਾ ਹਰਿ ਰਾਇਆ। ਸੁਤ ਬਣਤਾ ਆਪਣ ਨਹੀਂ ਭਾਈ, ਨਾ ਪੁੱਤਰ ਨਾ ਘਰ ਵਾਲੀ ਨਾ ਭਾਈ ਇਹ ਆਪਣੇ ਹਨ, ਇਹ ਵੀ ਆਪਣੇ ਨਹੀਂ ਹੈ। ਇਸ਼ਟਮੀਤ ਆਪਣ ਬਾਪ ਨਾ ਮਾਈ, ਨਾ ਸਤਿਗੁਰੂ ਕਹਿੰਦੇ ਕੋਈ ਮਿੱਤਰ ਭਰਾ, ਨਾ ਬਾਪ ਨਾ ਮਾਈ, ਇਹੀ ਆਪਣੇ ਆ। ਸੋਇਨਾ ਰੂਪਾ ਫੁਨ ਨਹੀਂ ਦਾਮ, ਨਾ ਸੋਨਾ ਨਾ ਚਾਂਦੀ ਇਹ ਵੀ ਕਿਸੇ ਕੰਮ ਦੇ ਨਹੀਂ, ਫੁਨ ਨਹੀਂ ਦਾਮ ਇਹ ਵੀ ਕਿਸੇ ਕੰਮ ਨਹੀਂ ਆਉਣੇ। ਹੈਵਰ ਗੈਵਰ ਆਪਣਾ ਨਹੀਂ ਕਾਮ, ਸਤਿਗੁਰ ਕਹਿੰਦੇ ਘੋੜੇ ਹਾਥੀ ਜਿਹੜੇ ਆ ਉਹ ਵੀ ਕਿਸੇ ਕੰਮ ਨਹੀਂ। ਕਹੋ ਨਾਨਕ ਜੋ ਗੁਰ ਬਖਸ਼ ਮਿਲਾਇਆ, ਸਤਿਗੁਰ ਕਹਿੰਦੇ ਭਾਈ ਜਿਨ੍ਹਾਂ ਨੂੰ ਗੁਰੂ ਨੇ ਬਖਸ਼ਿਸ਼ ਕਰਕੇ ਮਿਲਾ ਲਿਆ, ਤਿਸ ਕਾ ਸਭ ਕਿਸ ਜਿਸ ਕਾ ਹਰਿ ਰਾਇਆ, ਉਹਦਾ ਸਾਰਾ ਕੁਛ ਹੈ ਜਿਹਦਾ ਹਰੀ ਰਾਇਆ ਹੈ, ਜਿਹੜਾ ਹਰੀ ਨੂੰ ਪ੍ਰਾਪਤ ਕਰ ਲੈਂਦਾ ਹੈ
ਉਹਨੂੰ ਸਾਰਾ ਕੁਝ ਪ੍ਰਾਪਤ ਹੋ ਜਾਂਦਾ। ਗੌੜੀ ਮਹੱਲਾ ਪੰਜਵਾਂ। ਗੁਰ ਕੇ ਚਰਨ ਉੱਪਰ ਮੇਰੇ ਮਾਥੇ, ਤਾਂ ਤੇ ਦੁੱਖ ਮੇਰੇ ਸਗਲੇ ਲਾਥੇ। ਸਤਿਗੁਰ ਆਪਣੇ ਕੋ ਕੁਰਬਾਨੀ, ਆਤਮ ਚੀਨ ਪਰਮ ਰੰਗ ਮਾਨੀ ਰਹਾਓ। ਗੁਰ ਕੇ ਚਰਨ ਉੱਪਰ ਮੇਰੇ ਮਾਥੇ, ਗੁਰੂ ਦੇ ਚਰਨ ਮੇਰੇ ਮੱਥੇ ਤੇ ਟਿਕੇ ਹਨ। ਭਾਵ ਗੁਰੂ ਦਾ ਸਦਾ ਹੀ ਧਿਆਨ ਮੇਰੇ ਮੱਥੇ ਤੇ ਟਿਕਿਆ ਹੈ, ਸਦਾ ਉਹਦਾ ਧਿਆਨ ਧਰਦਾ ਗੁਰੂ ਦਾ। ਤਾਂ ਤੇ ਦੁੱਖ ਮੇਰੇ ਸਗਲੇ ਲਾਥੇ, ਇਸ ਕਰਕੇ ਮੇਰੇ ਸਾਰੇ ਦੁੱਖ ਨਾਸ਼ ਹੋ ਗਏ ਜਦੋਂ ਮੈਂ ਗੁਰੂ ਦੇ ਚਰਨਾਂ ਦਾ ਆਸਰਾ ਲੈ ਲਿਆ। ਸਤਿਗੁਰੂ ਆਪਣੇ ਕੋ ਕੁਰਬਾਨੀ, ਮੈਂ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਵਾਂ, ਬਲਿਹਾਰ ਜਾਵਾਂ। ਆਤਮ ਚੀਨ ਪਰਮ ਰੰਗ ਮਾਨੀ, ਜਿਹਦੀ ਕਿਰਪਾ ਦੇ ਨਾਲ ਮੈਨੂੰ ਆਤਮਿਕ ਪਦਵੀ ਪ੍ਰਾਪਤ ਹੋ ਗਈ। ਆਪੇ ਦੀ ਪਛਾਣ ਮੈਂ ਕਰ ਲਈ, ਪਰਮ ਰੰਗ ਪ੍ਰਾਪਤ ਕਰ ਲਿਆ। ਆਤਮਿਕ ਅਡੋਲਤਾ ਜਿਹਦੀ ਕਿਰਪਾ ਨਾਲ ਪ੍ਰਾਪਤ ਕਰ ਲਈ, ਐਸੇ ਸਤਿਗੁਰੂ ਤੋਂ ਬਲਿਹਾਰ ਨੇ ਜਾਣਾ ਰਹਾਓ। ਚਰਨ ਰੇਨ ਗੁਰ ਕੀ ਮੁਖ ਲਾਗੀ, ਅਹੰ ਬੁੱਧ ਤਿਨ ਸਗਲ ਤਿਆਗੀ। ਗੁਰ ਕਾ ਸ਼ਬਦ ਲੱਗੋ ਮਨ ਮੀਠਾ, ਪਾਰ ਬ੍ਰਹਮ ਤਾਂ ਤੇ ਮੋਹਿ ਡੀਠਾ। ਗੁਰ ਸੁਖ ਦਾਤਾ ਗੁਰ ਕਰਤਾਰ, ਜੀ ਪ੍ਰਾਣ ਨਾਨਕ ਗੁਰ ਆਧਾਰ। ਚਰਨ ਰੇਣ ਗੁਰ ਕੀ ਮੁਖ ਲਾਗੀ, ਸਤਿਗੁਰ ਕਹਿੰਦੇ ਭਾਈ ਗੁਰੂ ਦੀ ਚਰਨਾਂ ਦੀ ਧੂੜ ਸਾਡੇ ਮੁਖ ਤੇ ਲੱਗ ਗਈ। ਅਹੰ ਬੁੱਧ ਤਿਨ ਸਗਲ ਤਿਆਗੀ, ਉਹਦੇ ਨਾਲ ਮੈਂ ਹੰਕਾਰ ਵਾਲੀ ਬੁੱਧੀ ਜਿਹੜੀ ਹੈ ਉਹ ਤਿਆਗ ਦਿੱਤੀ, ਹੰਕਾਰੀ ਬੁੱਧੀ ਨਾਸ਼ ਹੋ ਗਈ। ਗੁਰ ਕਾ ਸ਼ਬਦ ਲੱਗੋ ਮਨ ਮੀਠਾ, ਹੁਣ ਮੈਨੂੰ ਗੁਰੂ ਦਾ ਸ਼ਬਦ ਮਨ ਚ ਮਿੱਠਾ ਲੱਗਦਾ। ਪਾਰ ਬ੍ਰਹਮ ਤਾਂ ਤੇ ਮੋਹਿ ਡੀਠਾ, ਉਹ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਮੈਂ ਦੇਖ ਲਿਆ ਆਪਣੇ ਅੰਦਰ ਹੀ। ਗੁਰ ਸੁਖ ਦਾਤਾ ਗੁਰ ਕਰਤਾਰ, ਗੁਰੂ ਸੁੱਖਾਂ ਦਾ ਦਾਤਾ ਹੈ, ਗੁਰੂ ਕਰਨ ਵਾਲਾ ਹੈ, ਕਰਤਾਰ ਹੈ। ਜੀ ਪ੍ਰਾਣ ਨਾਨਕ ਗੁਰ ਆਧਾਰ, ਸਤਿਗੁਰੂ ਜੀ ਕਹਿੰਦੇ ਭਾਈ ਗੁਰੂ ਜਿਹੜਾ ਹੈ ਉਹ ਪ੍ਰਾਣਾਂ ਦਾ ਆਧਾਰ ਹੈ। ਗੁਰੂ ਹੀ ਪ੍ਰਾਣਾਂ ਨੂੰ ਜਿਵਾਉਣ ਵਾਲਾ ਹੈ, ਗੁਰੂ ਹੀ ਸਾਰਾ ਕੁਝ ਹੈ। ਗੌੜੀ ਮਹੱਲਾ ਪੰਜਵਾਂ। ਰੇ ਰੇ ਮਨ ਮੇਰੇ ਤੂੰ ਤਾਂ ਕੋ ਆਏ, ਜਾ ਕੇ ਊਣਾ ਕਛੂ ਨਾਏ। ਹਰਸਾ ਪ੍ਰੀਤਮ ਕਰ ਮਨ ਮੀਤ, ਪ੍ਰਾਣ ਆਧਾਰ ਰਾਖੋ ਸਦ ਚੀਤ ਰਹਾਓ। ਇਹ ਮੇਰਿਆ ਮਨਾ, ਰੇ ਮਨ ਮੇਰੇ ਤੂੰ ਤਾਕੋ ਆਹੇ, ਤੂੰ ਉਸ ਵਾਹਿਗੁਰੂ ਨੂੰ, ਉਸ ਅਕਾਲ ਪੁਰਖ ਨੂੰ, ਉਸ ਵਾਹਿਗੁਰੂ ਨੂੰ ਉਹਦੀ ਆਹੇ ਭਾਵ ਉਹਦੀ ਤਾਂਘ ਕਰ। ਰੇ ਮਨ ਮੇਰੇ ਤੂੰ ਤਾਕੋ ਆਹੇ, ਉਹਨੂੰ ਤਾਂਘ, ਉਹਦੀ ਇੱਛਾ ਕਰ ਉਸ ਵਾਹਿਗੁਰੂ ਦੀ। ਜਾ ਕੇ ਊਣਾ ਕਛੂ ਨਾਏ, ਮਾਰੇ ਕਹਿੰਦੇ ਆ ਉਹਦੀ ਤਾਂਘ ਕਰ ਜਿਹਦੇ ਘਰ ਵਿੱਚ ਕਿਸੇ ਪ੍ਰਕਾਰ ਦੀ ਕੋਈ ਘਾਟ ਨਹੀਂ। ਜਾ ਕੇ ਊਣਾ ਕਛੂ ਨਾਏ, ਜਿਹਦੇ ਕੋਲ ਕਿਸੇ ਚੀਜ਼ ਦੀ ਕੋਈ ਊਣਤਾਈ ਨਹੀਂ ਹੈ, ਘਾਟ ਨਹੀਂ ਹੈ। ਹਰਸਾ ਪ੍ਰੀਤਮ ਕਰ ਮਨ ਮੀਤ, ਹਰੀ ਵਰਗਾ ਪ੍ਰੀਤਮ ਵਾਹਿਗੁਰੂ ਜਿਹੜਾ ਆ ਉਹ ਬਣਾ ਆਪਣੇ ਮਨ ਦਾ ਮਿੱਤਰ। ਉਹ ਪ੍ਰੀਤਮ ਵਾਹਿਗੁਰੂ ਅਕਾਲ ਪੁਰਖ ਪ੍ਰਾਣ ਆਧਾਰ ਰਾਖੋ ਸਦ ਜੀਤ, ਉਸ ਪ੍ਰਾਣਾ ਦੇ ਆਧਾਰ ਵਾਹਿਗੁਰੂ ਨੂੰ ਆਪਣੇ ਚਿੱਤ ਚ ਵਸਾਉਣਾ ਕਰੋ ਭਾਈ ਰਹਾਓ। ਰੇ ਮਨ ਮੇਰੇ ਤੂੰ ਤਾਕੋ ਸੇਵ, ਆਦਿ ਪੁਰਖ ਪਰੰਪਰ ਦੇਵ। ਤਿਸ ਉਪਰ ਮਨ ਕਰ ਤੂੰ ਆਸਾ, ਆਦਿ ਜੁਗਾਦ ਜਾ ਕਾ ਪਰਵਾਸਾ। ਜਾ ਕੀ ਪ੍ਰੀਤ ਸਦਾ ਸੁਖ ਹੋਏ, ਨਾਨਕ ਗਾਵੈ ਗੁਰ ਮਿਲ ਸੋਏ। ਰੇ ਮੇਰੇ ਮਨ ਤੂੰ ਤਾਕੋ ਸੇਵ, ਤੂੰ ਉਹਨੂੰ ਚੇਤੇ ਕਰ, ਸੇਵ ਯਾਦ ਕਰ। ਆਦਿ ਪੁਰਖ ਪਰੰਪਰ ਦੇਵ, ਉਹ ਆਦਿ ਪੁਰਖ ਹੈ, ਮੁੱਢ ਤੋਂ ਦਾਤਾ ਹੈ, ਅਪਰੰਪਰ ਹੈ, ਦੇਵ ਹੈ, ਪ੍ਰਕਾਸ਼ ਰੂਪ ਹੈ, ਪਰੇ ਤੋਂ ਪਰੇ ਹੈ ਵਾਹਿਗੁਰੂ। ਉਹਨੂੰ ਯਾਦ ਕਰ, ਉਹਨੂੰ ਸੇਵ ਚੇਤੇ ਕਰ। ਇਸ ਉੱਪਰ ਮਨ ਕਰ ਤੂੰ ਆਸਾ, ਉਹਦੇ ਉੱਤੇ ਤੂੰ ਆਸ ਰੱਖ, ਭਰੋਸਾ ਰੱਖ। ਆਦਿ ਜੁਗਾਦ ਜਾਂਕਾ ਪ੍ਰਵਾਸਾ, ਆਦਿ ਸ਼ੁਰੂ ਤੋਂ ਜੁਗਾਦ ਹੁਣ, ਜੁਗਾਂ ਦੀ ਆਦਿ ਤੋਂ ਸ਼ੁਰੂ ਤੋਂ ਜਿਹਦਾ ਪ੍ਰਵਾਸਾ ਹੈ, ਜਿਹੜਾ ਸ਼ੁਰੂ ਤੋਂ ਹੀ ਹੈ ਪਰਮੇਸ਼ਰ, ਉਹਦੇ ਉੱਤੇ ਤੂੰ ਆਸ ਰੱਖ, ਭਰੋਸਾ ਰੱਖ। ਜਾ ਕੀ ਪ੍ਰੀਤ ਸਦਾ ਸੁਖ ਹੋਏ, ਸਤਿਗੁਰ ਕਹਿੰਦੇ ਜਿਹਦੇ ਨਾਲ ਪ੍ਰੀਤ ਮਾਇਆ, ਜਿਹਨੂੰ ਚੇਤੇ ਕੀਤਿਆਂ ਸਦਾ ਸੁਖ ਹੁੰਦਾ ਹੈ। ਨਾਨਕ ਗਾਵੈ ਗੁਰ ਮਿਲ ਸੋਏ, ਸਤਿਗੁਰ ਕਹਿੰਦੇ ਭਾਈ ਗੁਰੂ ਨੂੰ ਮਿਲ ਕੇ ਉਸ ਵਾਹਿਗੁਰੂ ਨੂੰ ਗਾਣਾ ਕਰੋ, ਉਹਨੂੰ ਚੇਤੇ ਕਰਨਾ ਕਰੋ। ਗੌੜੀ ਮਹੱਲਾ ਪੰਜਵਾਂ।
मीत करै सोई हम माना, मीत के कर तब कुशल समाना। एका टेक मेरे मन चीत, जिस किश करना सो हमरा मीत रहाओ। सतगुरु कहंदे वाहिगुरु मेरा मित्र है, मीत करै सोई हम माना। जो करदा है ओनू मन लैने हां, जो करदा है ओनू सिर झुका के मन लैने हां। मीत के करतब कुशल समाना। उस मीत दे, उस वाहिगुरु मित्र दे ਜਿਹੜੇ ਕਰਤੱਵ ਹਨ, ਉਹਦਾ ਜਿਹੜਾ ਢੰਗ ਹੈ, ਤਰੀਕਾ ਹੈ, ਕੁਸ਼ਲ ਸਮਾਨਾ, ਉਹਦੀ ਕਿਰਪਾ ਦੇ ਨਾਲ ਸੁੱਖਾਂ ਵਰਗੇ ਪ੍ਰਤੀਤ ਹੁੰਦੇ ਆ। ਦੁੱਖ ਵੀ ਸੁੱਖ ਵੀ ਸੁੱਖਾਂ ਵਰਗੇ ਲੱਗਦੇ ਆ। ਕੁਸ਼ਲ ਸਮਾਨਾ, ਜੋ ਵੀ ਉਹ ਕਰਦਾ ਚੰਗਾ ਲੱਗਦਾ ਹੈ। ਏਕਾ ਟੇਕ ਮੇਰੇ ਮਨ ਚੀਤ, ਇੱਕ ਵਾਹਿਗੁਰੂ ਦਾ ਭਰੋਸਾ ਹੀ ਆਪਣੇ ਮਨ ਦੇ ਵਿੱਚ, ਚਿੱਤ ਦੇ ਵਿੱਚ ਰੱਖਿਆ ਹੋਇਆ ਹੈ। ਜਿਸ ਕਿਛ ਕਰਨਾ ਸੋ ਹਮਰਾ ਮੀਤ। ਸਤਿਗੁਰੂ ਜੀ ਕਹਿੰਦੇ ਜੋ ਵੀ ਕੁਛ ਕਰਨਾ ਹੈ ਉਹ ਸਾਡੇ ਮੀਤ ਨੇ ਕਰਨਾ ਹੈ, ਸਾਡੇ ਮਿੱਤਰ ਵਾਹਿਗੁਰੂ ਨੇ ਕਰਨਾ ਹੈ। ਉਹਨੇ ਜਿਵੇਂ ਚਲਾਉਣਾ ਹੈ ਉਦਾਂ ਹੀ ਅਸੀਂ ਚੱਲਦੇ ਰਹਾਓ। ਵਿਸ਼ਰਾਮ ਦੇ ਕੇ ਮਹਾਰਾਜ ਬਖਸ਼ਿਸ਼ ਕਰਦੇ ਆ। ਮੀਤ ਹਮਾਰਾ ਵੇ ਪਰਵਾਹਾ, ਗੁਰ ਕਿਰਪਾ ਤੇ ਮੋਹਿ ਅਸਨਾਹਾ। ਮੀਤ ਹਮਾਰਾ ਅੰਤਰ ਜਾਮੀ, ਸਮਰੱਥ ਪੁਰਖ ਪਾਰ ਬ੍ਰਹਮ ਸੁਆਮੀ। ਹਮ ਦਾਸੇ ਤੁਮ ਠਾकुर ਮੇਰੇ, ਮਾਨ ਮਹਤ ਨਾਨਕ ਪ੍ਰਭ ਤੇਰੇ। ਮੀਤ ਹਮਾਰਾ ਬੇਪਰਵਾਹ, ਉਹ ਮਿੱਤਰ ਬੜਾ ਬੇਪਰਵਾਹ ਹੈ, ਉਹਨੂੰ ਕਿਸੇ ਦੀ ਪਰਵਾਹ ਨਹੀਂ ਹੈ। ਗੁਰ ਕਿਰਪਾ ਤੇ ਮੋਹਿ ਅਸਨਾਹਾ, ਗੁਰੂ ਦੀ ਕਿਰਪਾ ਦੇ ਨਾਲ ਉਹ ਜਿਹੜਾ ਮਿੱਤਰ ਹੈ, ਬੇਪਰਵਾਹ ਮਿੱਤਰ ਹੈ, ਉਹ ਗੁਰੂ ਦੀ ਕਿਰਪਾ ਦੇ ਨਾਲ ਮੋਹਿ ਅਸਨਾਹਾ, ਉਹਦੇ ਨਾਲ ਮੇਰਾ ਪਿਆਰ ਪੈ ਗਿਆ, ਮੇਰੇ ਮਨ ਚ ਉਹਦੇ ਪ੍ਰਤੀ ਸਨੇਹ ਆ ਗਿਆ। ਮੀਤ ਹਮਾਰਾ ਅੰਤਰਜਾਮੀ, ਉਹ ਮੇਰਾ ਮਿੱਤਰ ਵਾਹਿਗੁਰੂ ਅੰਤਰਜਾਮੀ ਹੈ, ਅੰਦਰ ਦੀਆਂ ਜਾਣਨ ਵਾਲਾ ਹੈ। ਸਮਰੱਥ ਪੁਰਖ ਪਾਰ ਬ੍ਰਹਮ ਸੁਆਮੀ, ਉਹ ਸਮਰੱਥ ਹੈ, ਪੁਰਖ ਰੂਪ ਹੈ, ਸਭ ਕੁਝ ਕਰਨ ਕਾਰਨਹਾਰ ਹੈ, ਪਰਿਪੂਰਨ ਪਰਮੇਸ਼ਰ ਵਾਹਿਗੁਰੂ ਹੈ, ਸੁਆਮੀ ਸਾਡਾ ਮਾਲਕ ਹੈ। ਹਮ ਦਾਸੇ ਤੁਮ ਠਾकुर ਮੇਰੇ, ਇਹ ਵਾਹਿਗੁਰੂ ਜੀ ਅਸੀਂ ਤੁਹਾਡੇ ਦਾਸ ਹੈ ਤੇ ਤੁਸੀਂ ਸਾਡੇ ਠਾकुर ਹੋ, ਮਾਲਕ ਹੋ। ਮਾਣ ਮਹਤ ਨਾਨਕ ਪ੍ਰਭ ਤੇਰੇ, ਮਾਣ ਵੀ ਤੇਰੇ ਕੋਲੋਂ ਪ੍ਰਾਪਤ ਹੁੰਦਾ ਹੈ। ਮਾਣ ਮਹਤ, ਮਹੱਤਤਾ ਵਡਿਆਈ ਵੀ ਤੇਰੇ ਕੋਲੋਂ ਪ੍ਰਾਪਤ ਹੁੰਦੀ ਹੈ। ਮਾਣ ਮਹਤ ਨਾਨਕ ਪ੍ਰਭ ਤੇਰੇ, हे ਪ੍ਰਭੂ ਜੀ ਤੁਹਾਡੇ ਕੋਲੋਂ ਹੀ ਸਾਰਾ ਕੁਝ ਪ੍ਰਾਪਤ ਹੁੰਦਾ ਹੈ। ਸੋ ਸਤਿਗੁਰੂ ਰਹਿਮਤ ਕਰਨ 40 ਸ਼ਬਦ ਗੁਰੂ ਅਰਜਨ ਦੇਵ ਜੀ ਦੇ ਹੋ ਗਏ ਹਨ। ਇੱਥੇ ਹੀ ਸਮਾਪਤੀ ਹੈ। ਸਾਧ ਸੰਗਤ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।